ਮੇਰੀ ਕਹਾਣੀ ਹੈ ਸਿਰੜ। ਸੁਰਜਣ ਨੇ ਪਾਸਾ ਪਰਤਿਆ ਤਾਂ ਉਸ ਨੂੰ ਪੁੜਪੁੜੀਆਂ 'ਚੋਂ ਸੇਕ ਨਿਕਲਦਾ ਜਾਪਿਆ। ਚੰਨ ਹੌਲੀ ਹੌਲੀ ਹਵੇਲੀ ਦੇ ਓਹਲੇ ਹੋ ਗਿਆ। ਸੁਰਜਣ ਦੇ ਮੱਥੇ 'ਤੇ ਪੈਂਦੀ ਚੰਨ ਦੀ ਲੋ ਹਵੇਲੀ ਦੇ ਪਰਛਾਵੇਂ ਨੇ ਢੱਕ ਲਈ। ਨਾਲ ਹੀ ਧੰਨਕੁਰ ਅਲੋਪ ਹੋ ਗਈ। ਦੂਜੇ ਪਾਸਿਓਂ ਬੈਠਕ 'ਚ ਜਗਦੇ ਬਲਬ ਦੀ ਰੋਸ਼ਨੀ ਅੱਧ ਖੁੱਲ੍ਹੀ ਬਾਰੀ ਦੀ ਜਾਲੀ ਪਿੱਛੋਂ ਛਣ ਕੇ ਉਸ ਦੀਆਂ ਅੱਖਾਂ 'ਚ ਪੈ ਰਹੀ ਸੀ। ਉਹ ਉੱਠਣ ਲਈ ਬਾਰੀ ਵੱਲ ਨੂੰ ਔਲਿਆ। ਉਸਨੇ ਮੰਜੇ ਨੂੰ ਚੀਕਣ ਨਹੀਂ ਦਿੱਤਾ, ਜਿਵੇਂ ਸਾਹ ਖਿੱਚ ਕੇ ਸਾਰਾ ਭਾਰ ਸਿਰ 'ਚ ਲੈ ਗਿਆ ਹੋਵੇ। ਪੱਬਾਂ ਭਾਰ ਹੋ ਕੇ ਉਹ ਬੈਠਕ ਦੇ ਬੂਹੇ ਤੱਕ ਅੱਪੜਿਆ। ਲੱਕ ਸਿੱਧਾ ਕਰਕੇ ਲਾਈਟ ਬੁਝਾਉਣ ਲਈ ਹਾਕ ਮਾਰਨ ਹੀ ਲੱਗਾ ਸੀ ਕਿ ਬੈਠਕ 'ਚ ਸੁਰਲ ਸੁਰਲ ਸੁਣ ਕੇ ਮੰਜੇ 'ਤੇ ਅੱਡ ਗਿਆ। ਉਸਨੇ ਖੁਸ਼ਕ ਹੋਇਆ ਮੂੰਹ ਲਵ ਨਾਲ ਥੋੜ੍ਹਾ ਤਰ ਕਰ ਲਿਆ। ਥੋੜ੍ਹੀ ਦੂਰ ਮੱਝ ਸਿਰ ਨੀਵਾਂ ਕਰ ਸਿੰਗਾਂ ਨਾਲ ਸੰਗਲ ਖੜਕਾਉਣ ਲੱਗ ਪਈ। ਉਸ ਦੇ ਦੇਖਦਿਆਂ ਹੀ ਮੱਝ ਨੇ ਸੰਗਲ ਖਿਸਕਾ ਕੇ ਸਿਰ ਵਿੱਚੋਂ ਕੱਢ ਲਿਆ। ਉਹ ਸੂਣ ਵਾਲੀ ਮੱਝ ਅੱਗੇ ਪਈਆਂ ਗੁੜ ਦੀਆਂ ਰੋੜੀਆਂ ਨੂੰ ਮੂੰਹ ਮਾਰਨ ਲੱਗ ਪਈ। ਸੂਣ ਵਾਲੀ ਮੱਝ ਨੇ ਕੌੜ ਕੇ ਦੇਖਿਆ ਤੇ ਉੱਠ ਕੇ ਉਸ ਨੂੰ ਟੱਕਰ ਮਾਰ ਦਿੱਤੀ। ਮੱਝਾਂ ਭਿੜਨ ਲੱਗ ਪਈਆਂ। ਸੁਰਜਣ ਨੇ ਗਰਦਨ 'ਚ ਸੰਗਲ ਤੰਗ ਕਰਕੇ ਪਾ ਦਿੱਤਾ। ਉਹ ਸੋਟੀ ਤੋਂ ਡਰ ਗਈਆਂ। ਸੁਰਜਣ ਦੇ ਪਰੇ ਹੋਣ ਤੋਂ ਮੱਝਾਂ ਨੇ ਖਿੱਚਿਆ ਸਾਹ ਛੱਡਿਆ ਤਾਂ ਖੁਰਲੀ ਦੀ ਤੂੜੀ ਉੱਡ ਗਈ। ਸੁਰਜਣ ਮੰਜੇ 'ਤੇ ਜਾ ਪਿਆ। ਉਸਨੇ ਸੱਜੀ ਬਾਂਹ ਚੁੱਕ ਕੇ ਪੁੜਪੁੜੀਆਂ ਨੂੰ ਉਂਗਲਾਂ ਦੇ ਪੋਟਿਆਂ ਨਾਲ ਝੱਸਣਾ ਚਾਹਿਆ। ਉਹ ਡੰਗਰਾਂ ਵੱਲ ਝਾਕਿਆ। ਸੂਣ ਵਾਲੀ ਮੱਝ ਦਾ ਕੋਈ ਪਤਾ ਨਹੀਂ ਕਦੋਂ ਸੂ ਪਏ। ਬਥੇਰਾ ਕਿਹਾ, ਅੱਜ ਨਾ ਜਾ, ਕੌਣ ਖਿੱਚੂ ਕਟਰੂ ਦੇ ਖੁੰਡਰੂ। ਮੁੰਡਿਆਂ ਨੇ ਉੱਠ ਕੇ ਆਉਣਾ ਨਹੀਂ ਤੀ। ਸਿਰੀ ਬੁੜਬੁੜ ਕਰਦੇ ਸੁਰਜਣ ਨੇ ਬੈਠਕ 'ਚੋਂ ਆ ਰਹੀ ਰੋਸ਼ਨੀ ਨੂੰ ਅੰਦਰੇ ਅੰਦਰ ਪੀ ਜਾਣਾ ਚਾਹਿਆ। ਜਿਵੇਂ ਉਹ ਛੋਟੇ ਮੁੰਡੇ ਨਿਰਮਲ ਸਾਹਮਣੇ ਭੁੱਬ ਮਾਰ ਕੇ ਪੀ ਗਿਆ ਸੀ। ਉਹ ਮੱਝਾਂ ਕੱਟੀਆਂ ਖੋਲ੍ਹ ਕੇ ਬੰਬੀ 'ਤੇ ਬੰਨ੍ਹਣ ਲਈ ਮਗਰ ਹੋ ਤੁਰਿਆ। ਨਿਰਮਲ ਉਸ ਦੇ ਰਸਤੇ 'ਚ ਮਿਲ ਗਿਆ। ਇੱਕ ਦੂਜੇ ਨਾਲ ਸਰਸਰੀ ਹਾਲ ਚਾਲ ਪੁੱਛਣ ਮਗਰੋਂ ਨਿਰਮਲ ਨੇ ਕਿਹਾ, ਬਾਪੂ ਜੀ, ਡੰਗਰਾਂ ਲਈ ਭਈਆ ਮੁੰਡੂ ਰੱਖ ਲਓ, ਆਪੇ ਲੈ ਜਾਇਆ ਕਰੇਗਾ। ਸੁਰਜਣ ਨੇ ਭੁੱਬ ਮਾਰ ਕੇ ਮਸਾਂ ਹੀ ਕਿਹਾ, ਪੁੱਤਰਾ, ਤੇਰੇ ਕੋਲ ਹੀ ਆ ਜਾਣਾ। ਨਿਰਮਲ ਨੇ ਝੱਟ ਕਹਿ ਦਿੱਤਾ ਸੀ, ਮੇਰੇ ਕੋਲ ਆ ਜਾਓ, ਮੈਂ ਤਾਂ ਕਈ ਵਾਰ ਕਹਿ ਚੁੱਕਿਆ ਹਾਂ। ਸੁਰਜਣ ਕੁਝ ਨਾ ਬੋਲਿਆ। ਉਹ ਮੱਝਾਂ ਨਾਲ ਜਾ ਰਲਿਆ ਸੀ। ਨਿਰਮਲ ਡੌਰ ਭੌਰ ਹੋਇਆ ਡਰਨੇ ਵਾਂਗ ਖੜ੍ਹਾ ਝਾਕੀ ਜਾ ਰਿਹਾ ਸੀ। ਜਿਸ ਰਸਤੇ 'ਚ ਉਹ ਨਿੱਕੇ ਤੋਂ ਵੱਡਾ ਹੋਇਆ ਸੀ, ਉੱਥੇ ਉਸਨੇ ਸੁਰਜਣ ਨੂੰ ਭੁੱਬ ਮਾਰ ਕੇ ਗੱਲਾਂ ਕਰਦਿਆਂ ਕਦੇ ਨਹੀਂ ਸੀ ਦੇਖਿਆ। ਮੱਝਾਂ ਬੰਬੀ 'ਤੇ ਜਾ ਆਪੜੀਆਂ। ਸੁਰਜਣ ਨੇ ਇਕੱਲੀ ਨੂੰ ਘੇਰ ਕੇ ਬੰਨ੍ਹ ਦਿੱਤਾ। ਉਹ ਹੌਲੀ ਹੌਲੀ ਜੀਰੀ ਵਾਲੇ ਖੇਤ 'ਚ ਜਾ ਆਪੜਿਆ। ਸੀਰੀ ਅੱਧੇ ਕਿੱਲੇ ਦੇ ਕਿਆਰੇ ਨੂੰ ਪਾਣੀ ਲਾ ਕੇ ਰਸਤੇ 'ਚ ਆ ਬੈਠਿਆ ਸੀ। ਸੁਰਜਣ ਸੀਰੀ ਨੂੰ ਆਵਾਜ਼ ਮਾਰ ਕੇ ਦੂਸਰੇ ਖੇਤ 'ਚ ਖੜ੍ਹੇ ਪਾਣੀ ਦਾ ਜਾਲਾ ਤੋੜਨ ਲਈ ਪਾਣੀ 'ਚ ਪੈਰ ਮਾਰਨ ਜਾ ਲੱਗਿਆ। ਐ ਨਹੀਂ ਡੱਕਾ ਦੂਰਾ ਕਰਦੇ, ਨਾਲ ਰਹੋ, ਫਿਰ ਕਿਸੜ ਕਰੀ ਜਾਣਗੇ। ਮਜਾਲ ਹੈ ਆਪਣੇ ਆਪ ਕੰਮ ਲੱਗ ਜਾਣ। ਸੀਰੀ ਸੁਰਜਣ ਦੀ ਆਵਾਜ਼ ਸੁਣ ਕੇ ਕਾਹਲੀ ਨਾਲ ਪਾਣੀ 'ਚ ਪੈਰ ਮਾਰਨ ਲੱਗ ਪਿਆ। ਉਹ ਸ਼ਾਂਤ ਖੜ੍ਹੇ ਪਾਣੀ 'ਚ ਸੁਰਲ ਦੀ ਆਵਾਜ਼ ਪੈਦਾ ਕਰ ਰਹੇ ਸਨ। ਇਸ ਚੁੱਪ 'ਚ ਉਹਨਾਂ ਦੇ ਮਨ ਇੱਕ-ਮਿੱਕ ਹੋ ਗਏ ਜਾਪਦੇ। ਜੀਰੀ ਦੇ ਤਣਿਆਂ ਅਤੇ ਪੱਤਿਆਂ ਨਾਲ ਪਾਣੀ ਟਕਰਾ ਕੇ ਹੋਰ ਸੰਗੀਤਮਈ ਲੈਅ ਪੈਦਾ ਕਰ ਰਿਹਾ ਸੀ। ਸੁਰਜਣ ਨੇ ਚੁੱਪ ਤੋੜਨ ਲਈ ਆਲਾ ਦੁਆਲਾ ਦੇਖ ਕੇ ਸੀਰੀ ਨੂੰ ਕਿਹਾ, ਬਾਈ ਸਿਆਂ, ਐਤਕੀ ਤਾਂ ਸਾਉਣ ਸੁੱਕਾ ਹੀ ਲੱਗਦਾ ਜਾਪਦਾ। ਪਸੀਨੋ ਪਸੀਨੀ ਹੋਏ ਸੀਰੀ ਨੇ ਕਿਹਾ, ਹਾਂ, ਜੀਰੀ ਦਾ ਕੀ ਬਣੂ? ਦੇਖੋ ਤਾਂ ਵੱਟਾਂ ਨਾਲੋਂ ਘਾਹ ਦੀਆਂ ਤਿੜਾਂ ਜਾਲੇ ਦੀ ਤਹਿ ਉੱਤੇ ਕਿਵੇਂ ਤੁਰ ਪਈਆਂ ਨੇ। ਉਸਨੇ ਸਣੇ ਤਿੜਾਂ ਦੇ ਜਾਲੇ ਨੂੰ ਪੈਰ ਨਾਲ ਚੁੱਕ ਕੇ ਵੱਟ ਉੱਤੇ ਰੱਖ ਦਿੱਤਾ। ਨਿਰਮਲ ਬੰਬੀ ਉੱਤੇ ਸੁੱਤੇ ਪਏ ਭਰਾ ਨੂੰ ਦੇਖ ਕੇ ਸੁਰਜਣ ਕੋਲ ਜਾ ਖੜ੍ਹਾ ਹੋਇਆ। ਉਸ ਨੂੰ ਤਪੇ ਹੋਏ ਪਾਣੀ ਦੀ ਹਵਾੜ ਸਹਿਣੀ ਔਖੀ ਹੋ ਗਈ। ਹੁਮਸ ਨੇ ਉਸ ਦਾ ਸਾਹ ਘੁੱਟ ਲਿਆ ਅਤੇ ਥੋੜ੍ਹਾ ਚਿਰ ਬਾਅਦ ਹੀ ਉਹ ਬੰਬੀ ਵੱਲ ਤੁਰ ਪਿਆ।
ਸੁਰਜਣ ਨੇ ਕਿਹਾ, ਇੱਧਰ ਕਾਹਨੂੰ ਆਉਣਾ ਤੀ? ਜਿੱਥੇ ਭਰਾ ਪਿਆ ਉੱਥੇ ਤੂੰ ਪੈ ਜਾ। ਨਿਰਮਲ ਨੇ ਪਿੱਛੇ ਮੁੜ ਕੇ ਪਿਓ ਵੱਲ ਦੇਖਿਆ। ਉਸ ਨੂੰ ਉਹ ਮੱਝਾਂ ਲਈ ਆਉਂਦੇ ਪਿਓ ਵਰਗਾ ਨਹੀਂ ਸੀ ਦਿਸਿਆ। ਸੀਰੀ ਦੇ ਚਿਹਰੇ ਵੱਲ ਸੁਰਜਣ ਨੇ ਸਰਸਰੀ ਜਿਹਾ ਨਿਗਾਹ ਫੇਰੀ। ਉਹ ਮੁਸਕੜੀਆਂ ਹੱਸ ਰਿਹਾ ਸੀ। ਉਹਨਾਂ ਨੂੰ ਪੈਰਾਂ ਨਾਲ ਪਾਣੀ ਦੀ ਲਹਿਰ ਬਣ ਕੇ ਜੀਰੀ ਦੇ ਪੱਤਿਆਂ ਨਾਲ ਟਕਰਾਉਣ ਲੱਗ ਪਈ। ਸੁਰਜਣ ਨੇ ਸਰਸਰੀ ਹੀ ਪਹੇ ਵੱਲ ਦੇਖਿਆ। ਉਸ ਨੂੰ ਧਨਕੁਰ ਰੋਟੀ ਲਈ ਆਉਂਦੀ ਦਿਸੀ। ਉਹੀ ਬੂਟੀਆਂ ਵਾਲਾ ਕਸਿਆ ਹੋਇਆ ਗੁਲਾਬੀ ਸੂਟ, ਸਿਰ 'ਤੇ ਇੰਨੂ ਰੱਖ ਕੇ ਰੋਟੀ ਲਿਆ ਰਹੀ, ਇਉਂ ਰੇਵਿਆ ਚਾਲ ਤੁਰਦੀ ਜਿਵੇਂ ਕੋਈ ਕਈ ਮੀਲ ਜਾਣਾ ਹੋਵੇ। ਜਦ ਉਸ ਕੋਲ ਆ ਕੇ ਬੈਠਦੀ ਤਾਂ ਉਸ ਦਾ ਸਾਹ ਨਾਲ ਸਾਹ ਨਹੀਂ ਸੀ ਰਲਿਆ ਹੁੰਦਾ। ਚੁੰਨੀ ਨਾਲ ਮੂੰਹ ਤੋਂ ਪਸੀਨਾ ਪੂੰਝ ਕੇ ਸੁਰਜਣ ਨੂੰ ਰੋਟੀ ਖਾਣ ਲਈ ਆਵਾਜ਼ ਮਾਰ ਦਿੰਦੀ। ਸੁਰਜਣ ਪਹਿਲਾਂ ਹੀ ਦੇਖ ਰਿਹਾ ਹੁੰਦਾ। ਉਸ ਦੇ ਢਿੱਡ 'ਚ ਚੂਹੇ ਟੱਪਦੇ ਫਿਰਦੇ। ਅੱਧੀ ਕੁ ਭੁੱਖ ਤਾਂ ਧਨਕੁਰ ਦੇ ਲਾਲ ਹੋਏ ਚਿਹਰੇ ਦੇ ਨੂਰ ਨੂੰ ਦੇਖ ਕੇ ਲੈ ਜਾਂਦੀ। ਉਹ ਉਸ ਵੱਲ ਦੇਖੀ ਜਾਂਦਾ। ਉਸ ਨੂੰ ਪਤਾ ਹੀ ਨਾ ਲੱਗਦਾ ਕਦੋਂ ਉਸ ਦੇ ਹੱਥਾਂ ਉੱਤੇ ਰੋਟੀ ਰੱਖ ਦਿੰਦੀ। ਕਿਆ ਝਾਕੀ ਜਾਂਦਾ? ਮੈਂ ਉਹੀ ਹਾਂ, ਬਦਲ ਤਾਂ ਨਹੀਂ ਗਈ ਜਿਸ ਨੂੰ। ਸੁਰਜਣ ਠੀਕ ਜਿਹਾ ਹੋ ਕੇ ਬੈਠ ਗਿਆ। ਉਹੀ ਹੈ, ਅੱਜ ਤਾਂ ਹੋਰ ਵੀ ਸੋਹਣੀ ਦਿਸਦੀ ਹੈ। ਉਹ ਸ਼ਰਮਾ ਕੇ ਬੋਲੀ, ਰੋਟੀ ਖਾਓ, ਭੁੱਖ ਲੱਗੀ ਹੋਊ। ਐਨੇ ਚਿਰ ਨੂੰ ਸੀਰੀ ਵੀ ਪੈਰ ਮਲਦਾ ਮਲਦਾ ਉਹਨਾਂ ਤੋਂ ਥੋੜ੍ਹੀ ਦੂਰ ਆ ਕੇ ਬੈਠ ਗਿਆ। ਉਹ ਦੋਵੇਂ ਚੁੱਪ ਹੋ ਗਏ। ਧਨਕੁਰ ਨੇ ਉਸ ਨੂੰ ਵੀ ਰੋਟੀ ਫੜਾ ਦਿੱਤੀ। ਥੋੜ੍ਹਾ ਚਿਰ ਹੀ ਚੁੱਪ ਪਿੱਛੋਂ ਸੀਰੀ ਬੋਲਿਆ, ਸਰਦਾਰ ਜੀ, ਬੜੇ ਲਾਣੇ ਨੇ ਤਾਂ ਭਈਏ ਹੀ ਸੀਰੀ ਰੱਖਣ ਲੱਗ ਪਏ ਨੇ। ਸੁਰਜਣ ਬੁਰਕੀ ਹੇਠਾਂ ਕਰਕੇ ਬੋਲਿਆ, ਐਵੇਂ ਚਾਂਵਲੇ ਹੋਏ ਡੱਕਾ ਦੂਰਾ ਨਹੀਂ ਕਰਦੇ, ਹਮਕੋ ਤੁਮਕੋ ਕਰੀ ਜਾਂਦੇ ਆ। ਤੂੰ ਫਿਕਰ ਨਾ ਕਰੀ। ਉਹ ਤਾਂ ਤੁਹਾਡੀ ਮਿਹਰ ਹੈ, ਪਰ ਲੱਗਦਾ ਹੈ ਸਾਡਾ ਰੁਜ਼ਗਾਰ ਸਾਲਿਆਂ ਨੇ ਖੋਹ ਲੈਣਾ। ਸੁਰਜਣ ਸੋਚਾਂ 'ਚ ਡੁੱਬ ਗਿਆ। ਉਸਨੇ ਮੰਜੇ ਦੀ ਬਾਹੀ ਵੱਲ ਪਾਸਾ ਲੈਣ ਲਈ ਹੰਭਰਾ ਮਾਰਿਆ। ਉਸ ਨੂੰ ਸਰੀਰ ਆਕੜ ਗਿਆ ਜਾਪਿਆ। ਮੋਢੇ 'ਚ ਪੀੜ ਉੱਠੀ। ਮੋਢੇ ਨੂੰ ਦਬਾਉਣ ਲਈ ਕੁਝ ਸਕੂਨ ਜਿਹਾ ਹੋਇਆ। ਉਸਨੇ ਲਾਗੋਂ ਗਲੀ 'ਚ ਦਗੜ ਦਗੜ ਕਰਦੇ ਜਾਂਦੇ ਭੌਂਕਦੇ ਕੁੱਤੇ ਲੰਘੇ ਤਾਂ ਉਸਨੇ ਇੱਕਦਮ ਉੱਠ ਕੇ, ਤੁਹਾਡੀ ਕਤੀੜ ਦੀ, ਕਹਿੰਦਿਆਂ ਸੋਟੀ ਨੂੰ ਹੱਥ ਪਾਇਆ। ਕੁੱਤੇ ਉਹਨਾਂ ਚਿਰ ਨੂੰ ਗਲੀ ਦੇ ਅਗਲੇ ਮੋੜ 'ਤੇ ਸਨ। ਉਸਨੇ ਗਲਾ ਸਾਫ਼ ਕੀਤਾ। ਹਾਏ ਹਾਏ ਕਹਿੰਦਿਆਂ ਦੂਜੇ ਪਾਸੇ ਨਾਲ ਬਾਂਹ ਫੜ ਲਈ। ਚੀਸ ਨੇ ਉਸ ਨੂੰ ਤੜਫਾ ਦਿੱਤਾ। ਮੱਥੇ 'ਤੇ ਮੱਛਰ ਨੇ ਭਿੜਪਣ ਕੀਤੀ। ਉਸਨੇ ਜ਼ੋਰ ਨਾਲ ਮੱਥੇ 'ਤੇ ਹੱਥ ਮਾਰਿਆ। ਮੱਛਰ ਇੱਕ ਪਾਸੇ 'ਚ ਹੀ ਨਿਕਲ ਕੇ ਕੰਨ ਕੋਲ ਭੀਂ ਭੀਂ ਕਰਨ ਲੱਗ ਪਿਆ। ਇੱਕ ਗਰਮੀ, ਦੂਜੇ ਮੱਛਰ ਨਿੱਤ ਚੁੱਕੀ ਹੈ। ਜੀਰੀ ਕਰਕੇ ਵਗਦੀ ਲੂਹ 'ਚ ਵੀ ਨਹੀਂ ਮਰਿਆ ਸਹੁਰੀ ਦਾ। ਉਸਨੇ ਸੂਣ ਵਾਲੀ ਮੱਝ ਵੱਲ ਦੇਖਿਆ। ਉਹ ਬੈਠੀ ਜੁਗਾਲੀ ਕਰ ਰਹੀ ਸੀ। ਸੁਰਜਣ ਨੇ ਰਾਤ ਨੂੰ ਡੰਗਰਾਂ ਕੋਲ ਪੈਣ ਲਈ ਵੱਡੇ ਮੁੰਡੇ ਨੂੰ ਸਾਫ਼ ਕਹਿ ਦਿੱਤਾ ਸੀ, ਰਾਤ ਨੂੰ ਸਾਂਭਣ ਸੀਰੀ, ਮੈਥੋਂ ਨਹੀਂ ਉੱਠ ਕੇ ਕੱਖ ਪਾਏ ਜਾਂਦੇ। ਵੱਡੇ ਮੁੰਡੇ ਨੇ ਕੋਈ ਉੱਤਰ ਨਹੀਂ ਸੀ ਦਿੱਤਾ। ਸੁਰਜਣ ਨੇ ਵੱਡੀ ਨੂੰਹ ਨੂੰ ਸੁਣਾ ਕੇ ਕਿਹਾ ਸੀ, ਦੇਖ ਭਾਈ ਸਾਬੋ, ਹੁਣ ਮੈਥੋਂ ਨਹੀਂ ਹੱਡ ਤੜਾ ਹੁੰਦੇ, ਮੈਂ ਚੱਲਿਆ ਨਿਰਮਲ ਕੋਲ। ਨੂੰਹ ਨੇ ਸਿਰ 'ਤੇ ਚੁੰਨੀ ਸਵਾਰਦੀ ਨੇ ਕਿਹਾ, ਬਾਪੂ ਜੀ ਤੁਸੀਂ ਤਾਂ ਘਰ ਸਾਂਭਿਆ ਹੋਇਆ, ਸਾਂਝੀ ਸੀਰੀ ਦਾ ਕੀ ਹੈ, ਆਵੇ ਨਾ ਆਵੇ, ਡੰਗਰਾਂ ਦੀ ਰਾਖੀ ਕੌਣ ਕਰੂ, ਖੇਤਾਂ 'ਚ ਸੀਰੀ ਨਾਲ ਕੰਮ ਕੌਣ ਕਰੂ। ਤੁਸੀਂ ਪਿਛਲੀ ਵਾਰੀ ਚਲੇ ਗਏ ਸੀ, ਸਾਨੂੰ ਪਤਾ ਹੀ ਨਾ ਲੱਗੇ ਕਿਹੜਾ ਕੰਮ ਕਰੀਏ ਕਿਹੜਾ ਛੱਡੀਏ। ਡੰਗਰਾਂ ਦਾ ਬੁਰਾ ਹਾਲ ਤੀ। ਸੁਰਜਣ ਨੇ ਮੁੜ ਕੇ ਗਲਾਸ ਫੜਿਆ ਅਤੇ ਗਟਾਗਟ ਪਾਣੀ ਪੀ ਗਿਆ। ਢਕਾਰ ਮਾਰ ਕੇ ਸਰੀਰ ਉੱਪਰ ਨੂੰ ਖਿੱਚਿਆ, ਜਿਵੇਂ ਚੁਸਤੀ ਜਿਹੀ ਆ ਗਈ ਹੋਵੇ। ਉਸ ਨੂੰ ਪਤਾ ਹੀ ਨਾ ਲੱਗਾ ਕਦੋਂ ਬਿੱਲੂ ਉਸ ਦੀ ਪਿੱਠ 'ਤੇ ਆ ਚੜ੍ਹਿਆ। ਸੁਰਜਣ ਦੇ ਮੂੰਹੋਂ ਨਿਕਲਿਆ, ਸਹੁਰੀ ਦਿਆ ਢਾਹ ਲਏ ਤੀ ਬਈ ਜਵਾਨ ਨੇ। ਬਿੱਲੂ ਨੇ ਸੁਰਜਣ ਦੇ ਮੋਢੇ ਉੱਤੋਂ ਦੀ ਮੂੰਹ ਅੱਗੇ ਕੱਢ ਲਿਆ। ਉੱਠੋ, ਘੜੇੜੀ ਚੁੱਕੋ। ਸੁਰਜਣ ਆਸੇ-ਪਾਸੇ ਹਿੱਲਿਆ। ਹੁਣ ਨਹੀਂ ਬਈ ਉੱਠਣ ਦਾ ਬੁੱਢੇ ਢੱਗਿਆਂ ਤੋਂ। ਬਿੱਲੂ ਨੇ ਸੁਰਜਣ ਦੀ ਗਰਦਨ ਨੂੰ ਹੋਰ ਕੁੱਟ ਕੇ ਫੜ ਲਿਆ। ਉਹ ਕਦੇ-ਕਦੇ ਸੁਰਜਣ ਦੇ ਨਾਲ ਪੈਣ ਲਈ ਜਿੱਦ ਕਰਦਾ। ਜਦੋਂ ਮੱਛਰ ਲੜਦਾ ਤਾਂ ਰੋਣ ਲੱਗ ਪੈਂਦਾ।
ਸੁਰਜਣ ਦਾ ਚੁੱਪ ਕਰਾਇਆ ਨਹੀਂ ਸੀ ਫਿਰਦਾ। ਬੀਬੀ ਕੋਲ ਜਾਣਾ ਦੀ ਰੱਟ ਲਾਈ ਰੱਖਦਾ। ਸੁਰਜਣ ਹੌਲੀ ਹੌਲੀ ਉੱਠਦਾ, ਉਸ ਨੂੰ ਚੁੱਕ ਕੇ ਬੈਠਕ ਦਾ ਕੁੰਡਾ ਜਾ ਖੜਕਾਉਂਦਾ। ਵੱਡਾ ਮੁੰਡਾ ਤੇ ਨੂੰਹ ਘੂਕ ਸੁੱਤੇ ਪਏ ਹੁੰਦੇ। ਸੁਰਜਣ ਦਾ ਜੀ ਕਰਦਾ ਉਹ ਕੁੰਡਾ ਨਾ ਖੜਕਾਏ, ਪਰ ਬਿੱਲੂ ਦੇ ਰੋਣ ਕਰਕੇ ਉਸ ਨੂੰ ਦਰਵਾਜ਼ਾ ਖੜਕਾਉਣਾ ਪੈਂਦਾ। ਨੂੰਹ ਅੱਧ ਸੁੱਤੀ ਬੁੜਬੁੜ ਕਰਦੀ ਬਿੱਲੂ ਨੂੰ ਫੜ ਕੇ ਦਰਵਾਜ਼ਾ ਬੰਦ ਕਰ ਲੈਂਦੀ। ਸੁਰਜਣ ਉਨੀ ਪੈਰੀ ਮੁੜ ਕੇ ਆਪਣੇ ਮੰਜੇ 'ਤੇ ਆ ਡਿੱਗਦਾ। ਉਸ ਨੂੰ ਲਾਈਟ ਬੁਝਾਉਣ ਬਾਰੇ ਕਹਿਣਾ ਭੁੱਲ ਜਾਂਦਾ। ਬਾਰੀ 'ਚੋਂ ਬਲਬ ਦੀ ਰੋਸ਼ਨੀ ਉਸ ਦੀਆਂ ਅੱਖਾਂ 'ਚ ਪੈਂਦੀ ਰਹਿੰਦੀ। ਉਸ ਨੇ ਹਵੇਲੀ ਵੱਲ ਦੇਖਿਆ। ਚੰਨ ਹਵੇਲੀ ਦੇ ਓਹਲੇ ਗਵਾਚ ਗਿਆ ਸੀ। ਹਵੇਲੀ ਦਾ ਪਰਛਾਵਾਂ ਉਸ ਦੇ ਆਲੇ ਦੁਆਲੇ ਹਨੇਰੇ 'ਚ ਬਦਲ ਗਿਆ। ਉਸ ਨੂੰ ਹਨੇਰੇ ਵਿੱਚੋਂ ਧਨਕੁਰ ਦਾ ਆਕਾਰ ਛੋਟੇ ਤੋਂ ਵੱਡਾ ਹੋ ਕੇ ਆਉਂਦਾ ਦਿਖਾਈ ਦਿੱਤਾ। ਦਿਓ ਬਣੀ ਧਨਕੁਰ ਨੇ ਉਸ ਨੂੰ ਹਲੂਣ ਕੇ ਰੱਖ ਦਿੱਤਾ। ਕਿਸੇ ਦੀ ਆਸ 'ਤੇ ਨਾ ਰਹੀ, ਜਿੰਨਾ ਚਿਰ ਸਰੀਰ ਚੱਲਦਾ ਚਲਾਈ ਜਾਈ। ਧਨਕੁਰ ਉਸੇ ਤਰ੍ਹਾਂ ਦਿਸੀ ਜਿਵੇਂ ਮਰੀ ਪਈ ਦਾ ਚਿਹਰਾ ਵੀ ਸੁੱਤੀ ਪਈ ਦਾ ਹੋਵੇ। ਭੋਰਾ ਵੀ ਚਿਹਰੇ ਦਾ ਨੂਰ ਨਹੀਂ ਸੀ ਉਤਰਿਆ। ਉਹ ਭੱਜ ਭੱਜ ਕੰਮ ਕਰਦੀ ਫਿਰਦੀ, ਡੰਗਰਾਂ ਦਾ ਗੋਹਾ ਕੂੜਾ ਸੁੱਟ ਕੇ ਰੋਟੀ ਪਕਾ ਕੇ ਸੁਰਜਣ ਕੋਲ ਖੇਤ 'ਚ ਜਾ ਕੇ ਖਾਂਦੀ। ਉੱਥੇ ਹੀ ਉਸ ਦੇ ਨਾਲ ਕੰਮ ਕਰਾ ਦਿੰਦੀ। ਛੱਲੀਆਂ ਤੋੜਦੀ, ਨਰਮਾ ਚੁਗਦੀ, ਗੰਨੇ ਘੜਦੀ। ਕਈ ਵਾਰ ਸੀਰੀ ਦੇ ਪਰੇ ਉਰੇ ਹੋਏ ਤੋਂ ਡੰਗਰਾਂ ਨੂੰ ਪੱਠੇ ਵੱਢ ਕੇ ਪਾ ਦਿੰਦੀ। ਉਸ ਦੀ ਬਿਮਾਰੀ ਦਾ ਪਤਾ ਹੀ ਨਹੀਂ ਲੱਗ ਸਕਿਆ। ਅੰਦਰੋਂ ਅੰਦਰ ਕੋਈ ਬਿਮਾਰੀ ਚੰਬੜ ਗਈ। ਉਸ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਉਹ ਮੰਜੇ ਨਾਲ ਮੰਜਾ ਹੋ ਗਈ। ਮੁੰਡੇ ਬਹੁਟੀਆਂ ਉਸ ਦੇ ਆਲੇ ਦੁਆਲੇ ਫਿਰਦੇ, ਡਾਕਟਰਾਂ ਕੋਲ ਲੈ ਕੇ ਜਾਂਦੇ, ਪਰ ਕਿਸੇ ਤੋਂ ਆਰਾਮ ਨਹੀਂ ਸੀ ਆਇਆ। ਸੁਰਜਣ ਨੂੰ ਉਹ ਹੌਸਲਾ ਦਿੰਦੀ, ਪਿੱਛੇ ਨਾ ਹਟੀ, ਕੰਮ ਨੂੰ ਪਹਿਲਾਂ ਜਾ ਕੇ ਲੱਗੀ। ਮੁੰਡੇ ਚਾਹੇ ਆਉਣ ਚਾਹੇ ਨਾ, ਸਾਰੇ ਹੀ ਆਪਣੇ ਆਪਣੇ ਧੀਆਂ ਪੁੱਤਾਂ ਲਈ ਕਰਦੇ ਨੇ। ਉਹ ਚਾਹੇ ਕਰਨ ਚਾਹੇ ਨਾ, ਬਸ ਮੂਹਰੇ ਹੋ ਕੇ ਕਰੀ। ਉਸਨੇ ਉੱਠ ਕੇ ਮੰਜੇ ਤੋਂ ਪੈਰ ਹੇਠਾਂ ਲਟਕਾਏ, ਬਾਹੀ ਨੂੰ ਹੱਥ ਪਾ ਕੇ ਉੱਠਣ ਲੱਗਾ। ਧਰਤੀ 'ਤੇ ਪੈਰ ਨਹੀਂ ਸੀ ਟਿਕ ਰਹੇ। ਪੱਬ ਧਰਤੀ 'ਤੇ ਰੱਖਦਿਆਂ ਹੀ ਕਰੰਟ ਜਿਹਾ ਲੱਤਾਂ ਵਿੱਚ ਹੁੰਦਾ ਹੋਇਆ ਦਿਮਾਗ 'ਚ ਫਿਰ ਗਿਆ। ਉਸਨੇ ਪੈਰ ਉੱਪਰ ਚੁੱਕ ਲਏ ਤੇ ਪਿਛਾਂਹ ਨੂੰ ਡਿੱਗ ਪਿਆ। ਬਈ ਸੁਰਜਣ ਸਿਆਂ, ਧਨਕੁਰ ਠੀਕ ਹੀ ਕਹਿ ਗਈ ਤੀ, ਜਦ ਤੱਕ ਸਰੀਰ ਤਦ ਤੱਕ ਅਹਿਸਾਸ ਦੇ ਸਹਾਰੇ ਸਭ ਕੁਝ ਕਰਨਾ ਹੀ ਪੈਣਾ। ਦੁਨੀਆ ਕਹੂ ਤਾਂ ਸਹੀ ਕਿ ਬੁੱਢੜੇ ਨੇ ਮਰਦੇ ਦਮ ਤੱਕ ਸਿਰੜ ਨਹੀਂ ਛੱਡੀ। ਸੂਣ ਵਾਲੀ ਮੱਝ ਘੁੰਮਣ ਲੱਗ ਪਈ। ਪੱਕੀਆਂ ਇੱਟਾਂ ਤੇ ਖੁਰਾਂ ਦੀ ਆਵਾਜ਼ ਨਾਲ ਸੁਰਜਣ ਨੇ ਗਰਦਨ ਚੁੱਕ ਕੇ ਦੇਖਿਆ ਤਾਂ ਉਹ ਇੱਕਦਮ ਉੱਠ ਕੇ ਹਨੇਰੇ 'ਚ ਸਵਾਹ ਵਾਲਾ ਤਸਲਾ ਲੱਭਦਾ ਅੜਕ ਕੇ ਡਿੱਗ ਪਿਆ। ਹੌਸਲਾ ਕਰਕੇ ਉੱਠਿਆ, ਬਲਬ ਲਾਉਣ ਲਈ ਸਵਿੱਚ ਵੱਲ ਹੋਇਆ, ਫੋੜੇ ਨਾਲ ਠੇਡਾ ਖਾ ਗਿਆ। ਧਨਕੁਰ ਫਿਰ ਯਾਦ ਆ ਗਈ। ਉਸਨੇ ਸੁਰਜਣ ਦੇ ਉੱਠਣ ਤੋਂ ਵੀ ਪਹਿਲਾਂ ਮੱਝ ਕੋਲ ਆ ਜਾਣਾ ਸੀ। ਉਸ ਤੋਂ ਵੀ ਪਹਿਲਾਂ ਰਾਤ ਨੂੰ ਲੇਟੀ 'ਚ ਗੁੜ ਕਾੜ ਕੇ ਦੇ ਦੇਣਾ ਸੀ, ਜਿਸ ਨਾਲ ਮੱਝ ਸੌਖੀ ਰਹਿੰਦੀ। ਜਿੰਨਾ ਚਿਰ ਮੱਝ ਸੂੰਦੀ ਨਾ, ਉਨਾ ਚਿਰ ਉਹ ਸੁਰਜਣ ਦੇ ਨਾਲ ਔਹਰ ਪੌਹਰ ਕਰਦੀ ਰਹਿੰਦੀ। ਸੁਰਜਣ ਨੂੰ ਉਹ ਮੱਝ ਤੋਂ ਪਰੇ ਨਹੀਂ ਸੀ ਜਾਣ ਦਿੰਦੀ। ਕੀ ਪਤਾ ਕਦੋਂ ਮੱਝ ਸੂ ਪਏ, ਵਿਚਾਰੀ ਇਕੱਲੀ ਜ਼ੋਰ ਮਾਰੂਗੀ। ਮੁੰਡੇ ਤਾਂ ਹੁਣ ਕਹਿੰਦੇ ਮੱਝਾਂ ਰੱਖੋ ਹੀ ਨਾ, ਦੁੱਧ ਮੁੱਲ ਲੈ ਲਿਆ ਕਰਾਂਗੇ। ਪਰ ਸੁਰਜਣ ਨਹੀਂ ਸੀ ਮੰਨਦਾ। ਉਸ ਦਾ ਖਿਆਲ ਸੀ ਦੁੱਧ ਤੇ ਪੁੱਤ ਘਰ 'ਚ ਜ਼ਰੂਰ ਹੋਣੇ ਚਾਹੀਦੇ ਨੇ। ਉਸ ਨੇ ਔਖੇ ਸੌਖੇ ਉੱਠ ਕੇ ਬਲਬ ਲਾ ਲਿਆ। ਮੱਝ ਵੱਲ ਦੇਖਿਆ ਤਾਂ ਖੁੰਡਰੂ ਬਾਹਰ ਆਉਣ ਨੂੰ ਤਿਆਰ ਹੀ ਸਨ। ਮੱਝ ਆਸੇ-ਪਾਸੇ ਨੂੰ ਘੁੰਮਣ ਲੱਗ ਪਈ। ਉਸ ਨੇ ਕੋਲ ਆ ਕੇ ਮੱਝ ਨੂੰ ਥਾਪੀ ਦਿੱਤੀ ਤੇ ਉਸ ਨੂੰ ਪੁਚਕਾਰਿਆ। ਉਸ ਦਾ ਜੀ ਕੀਤਾ ਕਿ ਮੁੰਡੇ ਨੂੰ ਉਠਾ ਲਿਆਵੇ, ਪਰ ਮੱਝ ਨੂੰ ਛੱਡ ਕੇ ਉਹਨਾਂ ਦੇ ਕਮਰੇ ਤੱਕ ਜਾਣ ਦੀ ਹਿੰਮਤ ਨਹੀਂ ਸੀ ਪਈ। ਮੱਝ ਨੇ ਵੀ ਉਦੋਂ ਤੱਕ ਸੂ ਪੈਣਾ ਸੀ। ਕੀ ਪਤਾ ਜ਼ੋਰ ਲੱਗ ਜਾਵੇ, ਵਿਚਾਰੀ ਚਲਦੀ ਬਣੇ। ਉਹ ਆਪਣੇ ਗਿੱਟੇ ਗੋਡੇ ਦੇਖਣੇ ਭੁੱਲ ਗਿਆ ਉਹ ਕਿ ਡਿੱਗ ਕੇ ਕਿੱਥੇ ਕਿੱਥੇ ਸੱਟ ਲੱਗੀ। ਧਨਕੁਰ ਦਾ ਚਿਹਰਾ ਉਸ ਦੇ ਸਾਹਮਣੇ ਸੀ। ਹੌਸਲਾ ਰੱਖ, ਘਬਰਾਈ ਨਾ,
ਚੀੜਾ ਸਰੀਰ ਹੈ ਤੇਰਾ। ਉਸਨੇ ਸਵਾਹ ਨਾਲ ਹੱਥ ਮਲ ਕੇ ਕਟਰੂ ਦੇ ਕੁੰਡਰੂ ਫੜ ਲਏ। 5-4 ਵਾਰ ਮੱਝ ਇੱਧਰ ਉੱਧਰ ਘੁੰਮੀ। ਸੁਰਜਣ ਸਣੇ ਕਟਰੂ ਪਿੱਛੇ ਨੂੰ ਡਿੱਗ ਪਿਆ। ਹੌਲੀ ਹੌਲੀ ਉਹ ਉੱਠਿਆ ਤੇ ਬਾਕੀ ਰਹਿੰਦੀ ਸਾਂਭ ਸੰਭਾਲ 'ਚ ਲੱਗ ਗਿਆ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।